ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗਰੇਜ਼ੀ ਦਾ ਇੱਕ ਖਾਣ ਹੈ, ਉਹਨੂੰ ਬੋਲਦੇ ਆ ਪੈਨੀ ਵਾਈਸ ਪਾਉਂਡ ਫੁਲਿਸ਼। ਜੇ ਉਹਨੂੰ ਅਸੀਂ ਇਸ ਅਖਾਣ ਨੂੰ ਜੇ ਪੰਜਾਬੀ ਵਿੱਚ ਅਸੀਂ ਅਦਾ ਤਰਜਮਾ ਕਰਨ ਦੀ ਕੋਸ਼ਿਸ਼ ਭਾਨ ਨੂੰ ਤਾਂ ਸੰਭਾਲੇ, ਜਿੱਥੇ ਕੋਈ ਦੱਸੀ ਪੰਜੀ ਦੁੱਕੀ ਤਿੱਕੀ ਗਿਰ ਜਾਏ ਉਹ ਤਾਂ ਬਾਰ-ਬਾਰ ਸੰਭਾਲੇ, ਪਰ ਨੋਟ ਸਿੱਟੀ ਜਾਏ ਇੱਧਰ ਉੱਧਰ, 10 ਰੁਪਏ ਦਾ, 50 ਰੁਪਏ ਦਾ, 100 ਰੁਪਏ ਦਾ ਨੋਟ ਤਾਂ ਸਿੱਟੀ ਜਾਏ, ਪਰ ਆਪਣੀਆਂ 25 ਪੈਸੇ 50 ਪੈਸੇ ਸਿੱਕਿਆਂ ਨੂੰ ਬੜਾ ਸੰਭਾਲ ਰਿਹਾ। ਆਦਤ ਹੁੰਦੀ ਕਈ ਵਾਰੀ ਵੀ ਸਿੱਕਾ ਗਿਰ ਗਿਆ ਤੇ ਮਨੀ ਗਿਰ ਗਿਆ, ਬਟ ਹੀ ਇਜ਼ ਅਨਅਵੇਅਰ ਸਮਹਾਉ ਕਿ ਭਾਈ ਤੂੰ ਤਾਂ ਨੋਟ ਸਿੱਟੀ ਜਾਂਦਾ ਤੇ ਉਦੋਂ ਤੋਂ ਬੋਦਰ ਨਹੀਂ ਕਰ ਰਿਹਾ, ਤਾਂ ਯੂ ਮਿਸਪਲੇਸ them, ਯੂ ਲੂਜ਼ them। ਸੋ ਇਹਦਾ ਇੱਕ ਬੜਾ ਹੀ ਪਿਆਰਾ ਈਡੀਅਮ ਹੈ ਇਨ ਇੰਗਲਿਸ਼, ਪੈਨੀ ਵਾਈਜ਼ ਪਾਉਂਡ ਫੁਲਿਸ਼। But why we are talking penny wise pound foolish here? ਇਹ ਜਿਹੜੀ ਪੌੜੀ ਹੈ, ਤੀਰਥ, ਤਪ, ਦਇਆ, ਦਤ ਦਾਨ, ਇਹ ਸਾਰੇ ਚੰਗੇ ਕੰਮ ਨੇ। ਆਪਾਂ ਦੇਖ ਲਓ, ਤੀਰਥ ਜਾਣਾ, ਤਪ ਕਰਨਾ, ਦਇਆ ਕਰਨੀ, ਕਿਸੇ ਨੂੰ ਦਾਨ ਦੇਣਾ, ਦਤ ਦਾਨ, ਦਿੱਤਾ ਹੋਇਆ ਦਾਨ। But Guru Sahib is telling something back end. ਜੇ ਇਹਨਾਂ ਕੰਮਾਂ ਦੇ ਨਾਲ, ਇਹ ਕਿਹੜੇ ਕੰਮ ਨੇ? ਇਹ ਉਹ ਨੇ ਸਿੱਕੇ ਇਕੱਠੇ ਕਰਨ ਵਾਲੇ, ਚੰਗੇ ਨੇ। ਤੀਰਥ ਦੇ ਜਾਣ ਦੇ ਨਾਲ ਇਟਸ ਗੁੱਡ, ਉਹਨੂੰ ਬੈਡ ਨਹੀਂ ਕਿਹਾ, ਪਰ ਇਸ ਦਾ ਜੇ ਕੋ ਪਾਵੈ ਤਿਲ ਕਾ ਮਾਨ। ਤਿਲ ਹੁੰਦਾ ਇੱਕ ਛੋਟੀ ਚੀਜ਼, ਤਿਲ ਹੁੰਦਾ ਸੀਡਸ, ਵੈਰੀ ਵੈਰੀ ਸਮਾਲ ਥਿੰਗ, ਉਸ ਤਿਲ ਜਿੰਨਾ ਮਾਣ, that means it is spiritual world ਵਿੱਚ ਅਧਿਆਤਮਕ ਮਾਰਗ, ਅਧਿਆਤਮਕ ਪੈਂਡੇ ਤੇ ਇਹੋ ਜਿਹੇ ਕਾਰਜਾਂ ਦਾ ਮਾਣ ਜੇ ਮਿਲ ਜਾਏ, ਉਸ ਦਾ ਤਿਲ ਜਿੰਨਾ ਸਿਗਨੀਫੀਕੈਂਸ ਹੈ। ਇੱਥੋਂ ਹੈ ਕਿ ਉਹ ਜੇ ਸਾਡਾ ਸਾਰਾ ਧਿਆਨ ਹੀ ਇੰਨਾ ਕੰਮਾਂ ਤੇ ਰਹਿ ਜਾਏ ਤਾਂ ਅਸੀਂ ਸਿੱਕੇ ਨਹੀਂ ਇਕੱਠੇ ਕਰੀ ਜਾ ਰਹੇ। ਆਰ ਵੀ ਨਾਟ ਪੈਨੀ ਵਾਈਜ਼? ਹੋਣਾ ਚਾਹੀਦਾ ਸਾਨੂੰ ਪਾਉਂਡ ਵਾਈਜ਼, ਬਟ ਵੀ ਆਰ ਪੈਨੀ ਵਾਈਜ਼। ਤੋ ਵਾਟ ਆਰ ਦ ਪੈਨੀਜ਼ ਹੀਅਰ? ਉਹ ਸਿੱਕੇ ਕਿਹੜੇ ਨੇ ਜਿਹੜੇ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ? ਤੀਰਥ। ਹਾਂ, ਚਲਾ ਜੇ ਕਿਸੇ ਵੇਲੇ ਵੀ ਇੱਥੇ ਗੁਰੂ ਸਾਹਿਬ ਨੇ ਆ ਗੱਲ ਕੀਤੀ ਹੈ, ਇੱਥੇ ਪ੍ਰਕਾਸ਼ ਹੋਇਆ, ਇੱਥੇ ਜੋਤੀ ਜੋਤ ਸਮਾਏ, ਤਾਂ ਉੱਥੇ ਨਤਮਸਤਕ ਹੋਣਾ। ਪਰ ਇਸ ਨੂੰ ਜ਼ਿੰਦਗੀ ਦਾ ਫੋਕਸ ਜਿਵੇਂ ਬਣ ਚੁੱਕਿਆ ਸੀ, 68 ਤੀਰਥ ਜੇ ਨਾ ਵੈ ਉਤਰੈ ਨਾਹੀ ਮੈਲ, ਜ਼ਿੰਦਗੀ ਦਾ ਇਹ ਮਨੋਰਥ ਨਹੀਂ ਹੋ ਸਕਦਾ। ਸਾਰੀ ਉਮਰ ਸਿੱਕੇ ਇਕੱਠੇ ਕਰੀ ਜਾਏ, ਕੋਈ ਬੰਦਾ ਨੋਟ ਸਿੱਟੀ ਜਾਏ ਇੱਧਰ ਉੱਧਰ, ਪੈਨੀ ਵਾਈਜ਼ ਹੋ ਜਾਏ, ਪਾਉਂਡ ਫੁਲਿਸ਼ ਹੋ ਜਾਏ। ਹੁਣ ਇਹਨਾਂ 'ਚ ਸਿੱਕਿਆਂ ਦੀ ਕਿਹੜੀ ਗੱਲ ਹੋ ਰਹੀ ਹੈ? ਤੀਰਥ ਦਾ ਫੋਕਸ, ਕਿ ਜਿਸ ਤਰ੍ਹਾਂ ਲਿਸਟ ਬਣਾ ਲਈ, ਜਿਸ ਤਰ੍ਹਾਂ ਲਿਸਟ ਬਣ ਚੁੱਕੀ ਸੀਗੀ, 68 ਤੀਰਥਾਂ ਤੇ ਹਰ ਬੰਦੇ ਨੇ ਆਪਣੀ ਉਮਰ 'ਚ ਜਾਣਾ ਹੀ ਜਾਣਾ, ਤਾਂ ਕਿੰਨਾ ਵੱਡਾ ਫੋਕਸ ਹੈ। ਕੁਝ ਨਾ ਕੁਝ ਤੁਰੇ ਜਾਂ ਬੜੀ ਕੋਈ ਦੂਰ ਦਰਾਡੇ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਤੀਰਥ। ਤਪ ਕਰਨਾ, ਮੈਂ ਪੁੱਠਾ ਲਟਕਣਾ, ਮੈਂ ਸੋਣਾ ਹੀ ਨਹੀਂ ਹੈ, ਮੈਂ ਖਾਣਾ ਹੀ ਨਹੀਂ ਹੈ, ਮੈਂ ਬੋਲਣਾ ਹੀ ਨਹੀਂ ਹੈ, ਮੈਂ ਸਰੀਰ ਨੂੰ ਤੰਗ ਕਰਨਾ, ਤਸੀਹੇ ਦੇਣੇ ਨੇ, ਤਪ। ਮੈਂ ਆਪਣੇ ਵਾਲ ਜਿਹੜੇ ਨੇ ਉਹ ਕਿਤੇ ਬੰਨ ਲੈਣੇ ਤੇ ਉੱਥੇ ਇੱਕ ਲੱਤ ਤੇ ਖੜੇ ਹੋਣਾ। ਚਲੋ, ਇਹਦਾ ਇੰਨਾ ਕੁ ਵੀ ਸੁਚੇਤਤਾ ਹੋ ਰਹੀ ਹੈ, ਯੂ ਆਰ ਫੋਕਸਿੰਗ, ਯੂ ਆਰ ਇੱਕ ਐਕਸਟਰਾ ਐਫਰਟ ਤੁਸੀਂ ਲਾ ਰਹੇ ਹੋ, ਪਰ ਇਹ ਉਸ ਕੈਟਾਗਰੀ 'ਚ ਹੈ, ਇਹ ਸਿੱਕੇ ਇਕੱਠੇ ਕਰਨ ਵਾਲਾ ਕੈਟਾਗਰੀ ਹੈ। ਇਹ ਤਿਲ ਕਾ ਮਾਨ, ਇਹਦਾ ਉਹਦੀ ਦਰਗਾਹ ਵਿੱਚ, ਅਕਾਲ ਪੁਰਖ ਦੀ ਦਰਗਾਹ ਵਿੱਚ ਇਹਨਾਂ ਚੀਜ਼ਾਂ ਦਾ ਤਿਲ ਕਾ ਮਾਨ। ਜੇ ਕੋ ਪਾਵੈ ਤਿਲ ਕਾ ਮਾਨ। ਤੀਰਥ ਤੇ ਜਾਣਾ, ਤਪ ਕਰਨਾ,
तीरथ तप दया करनी। हुण दया इज समथिंग कि भी दया करनी नूं भी मतलब हुण ये जिहड़ा मार्ग है ना, असीं किसे दया करते हां ते इट इज ए गुड वर्चू बेसिकली, पर हर एक दी करनी आपो अपनी जिहड़ी कर्म जिहड़े आपो अपने ने, ਇਹਦੇ ਤੇ ਤੁਸੀਂ दूसरे ते थोड़ा जिहा बियॉन्ड द लाइन जाके किसी दी मदद करदे हो, यस इट इज गुड, बट ਇਹ ਤੁਸੀਂ ਇੱਕ ਸਿੱਕਾ ਇਕੱਠਾ ਕੀਤਾ, ਉਹਦਾ ਆਪਣਾ ਮਾਰਗ ਹੈ, ਤੁਸੀਂ ਆਪਣਾ, ਤੁਹਾਡਾ ਆਪਣਾ ਮਾਰਗ ਹੈ, ਕਰਮੀ ਆਪੋ ਆਪਣੀ ਹੈ। ਇਸ ਆਪੋ ਆਪਣੀ ਵਿੱਚ ਅਸੀਂ ਕਿਸੇ ਹੋਰ ਦਾ ਵੀ ਥੋੜਾ ਜਿਹਾ ਭਲਾ ਕੀਤਾ, ਇਟਸ ਗੁੱਡ, ਬਟ it comes in a collection of pennies, पर ਇਹ ਸਿੱਕੇ ਇਕੱਠੇ ਕਰਨ ਵਾਲੀ ਕੈਟਾਗਰੀ 'ਚ ਹੈ। ਗੁਰੂ ਸਾਹਿਬ ਨੇ ਕਲੀਅਰਲੀ ਇਸ ਗੱਲ ਨੂੰ, ਤੀਰਥ ਤਪ ਦਇਆ, ਚੌਥੀ ਗੱਲ ਹੈ ਦਤ ਦਾਨ, ਦਿੱਤਾ ਹੋਇਆ ਦਾਨ ਦੇ ਦੇਣਾ ਚਾਹੀਦਾ ਕਿਸੇ ਵੇਲੇ, ਪਰ ਸਾਰੀ ਉਮਰ ਦਾਨ ਹੀ ਦੇਈ ਜਾ ਰਹੇ ਹੈ। ਹੋਰ ਕੰਮ ਫਿਰ ਕਿਹੜੇ ਨੇ? ਜੇ ਆ ਸਾਰਾ ਕੁਝ ਪੈਨੀ ਹੈ ਤੇ ਵੇਅਰ ਇਜ਼ ਪਾਉਂਡ ਦੈਨ? ਗੁਰੂ ਸਾਹਿਬ ਦੱਸਦੇ ਨੇ ਕਿ ਪਾਉਂਡ ਵੀ ਤੁਹਾਨੂੰ ਦੱਸਦੇ, ਸੁਣਿਆ, ਉਹੀ ਸੁਣਿਆ, ਸਿੱਧ ਪੀਰ ਸੁਰਨਾ, ਸੁਣਨ ਦੇ ਨਾਲ ਇੱਥੇ ਹੈ ਸੁਣਿਆ, ਜਿਹੜਾ ਸੁਣ ਲਿਆ। ਵਟ ਵਾਸ ਸੁਣਿਆ? ਕਿ ਮੈਂ ਆਪਣੀ ਸੁਰਤ ਨੂੰ ਗੁਰਬਾਣੀ ਵਿੱਚ ਇੱਕ ਫੋਕਸ ਕਰਾਂ, ਦਿਸ ਇਜ਼ ਸੁਣਿਆ। ਇਹ ਹੈ ਅਸਲ ਨੋਟ, rather than going to a तीरथ, rather than तप करना, rather than दया करनी, rather than किसी ਨੂੰ दान देना, ਉਹ करने मना नहीं ने, but the real thing, the thing that matters, ਜਿਸ ਦੇ ਨਾਲ ਅਧਿਆਤਮਕ ਥਰਮਾਮੀਟਰ ਇੱਕਦਮ ਚੜੇਗਾ। ਅਸੀਂ ਪੁਆਇੰਟਾਂ ਚੜਾ ਸਕਦੇ ਹਾਂ, ਉਹ ਵੀ ਗੁਰੂ ਸਾਹਿਬ ਨੇ ਦੱਸਤਾ, ਜੇ ਕੋ ਪਾਵੈ ਤਿਲ ਕਾ ਮਾਨ, ਉਹ ਵੀ ਇੱਕ ਬੜਾ ਇੱਕ ਜੇ ਕੋ ਪਾਵੈ, ਜੇ ਮਤਲਬ ਉਹ ਵੀ ਕਨਫਰਮ ਨਹੀਂ ਹੈ, ਜੇ ਕੋ ਪਾਵੈ। ਤਾਂ ਅਸਲ ਤੱਤ ਗੁਰੂ ਸਾਹਿਬ ਕਹਿੰਦੇ ਇਹ ਸਮਝਣ ਵਾਲੀ ਗੱਲ, ਅਡਾਪਟ ਕਰਨ ਵਾਲੀ ਗੱਲ, ਇੰਪਲੀਮੈਂਟ ਕਰਨ ਵਾਲੀ ਗੱਲ। ਫੋਕਸ ਸਾਡਾ ਕਿਤੇ ਹੋ ਜੇ ਕਿਸ ਦਾ ਭਲਾ ਵੀ ਨਾਲ, ਨੋ ਪ੍ਰੋਬਲਮ, ਪਰ ਸਾਡਾ ਸਾਰਾ ਫੋਕਸ ਤੀਰਥ ਤੇ ਜਾਣ ਦਾ ਨਹੀਂ ਹੋ ਸਕਦਾ ਜੇ, ਪਰ ਇਹ ਫੋਕਸ ਸੀ ਔਰ ਲਗਭਗ ਕਿਤੇ ਕਿਤੇ ਹੈ ਵੀ। ਗੁਰੂ ਸਾਹਿਬ ਕਲੀਅਰਲੀ ਸਾਨੂੰ ਇਸ ਗੱਲ ਤੋਂ ਵਰਜ ਰਹੇ ਔਰ ਕੰਪੇਅਰ ਕਰ ਰਹੇ, ਸੁਣਿਆ, ਜਿਹੜਾ ਤੂੰ ਆਪਣਾ ਧਿਆਨ, ਆਪਣੀ ਸੁਰਤ ਨੂੰ ਗੁਰਬਾਣੀ ਦੇ ਵਿੱਚ ਇਕਾਗਰ ਕੀਤਾ ਹੈ, ਸੁਣਿਆ, ਪਾਸਟ ਟੈਂਸ, ਸੁਣਿਆ, ਮੰਨਿਆ, ਸੁਰਤ ਨੂੰ ਇਕਾਗਰ ਕੀਤਾ, ਸੁਣਿਆ, ਤਤ ਗਿਆਨ ਨੂੰ ਆਪਣੇ ਅੰਦਰ ਵਸਾਇਆ, ਮੰਨਿਆ, ਸੁਣਿਆ, ਮੰਨਿਆ। ਤੇ ਇਸ ਤੋਂ ਬਾਅਦ ਇੱਕ ਤੀਸਰੀ ਅਵਸਥਾ, ਮਨ ਕੀਤਾ ਭਾਉ, ਭਾਉ ਦਾ ਬੜਾ, ਗੋਬਿੰਦ ਭਾਉ ਭਗਤ ਕਾ ਭੁੱਖਾ। ਸਮਟਾਈਮਸ ਆਈ ਯੂਜ਼ਡ ਟੂ ਫੀਲ ਵੀ ਮੈਂ ਥੋੜਾ ਜਿਹਾ, ਸਾਨੂੰ PhD ਜਿਵੇਂ ਅਸੀਂ ਇੱਕ ਫੋਰਨ ਲੈਂਗੁਏਜ ਸਿੱਖਣੀ ਹੁੰਦੀ ਹੈ ਤੇ ਮੈਂ ਫ੍ਰੈਂਚ ਵੀ ਸਿੱਖ ਲਈ, ਤਾਂ ਨਾਓ ਇਨ ਐਡੀਸ਼ਨ ਟੂ ਪੰਜਾਬੀ, ਇੰਗਲਿਸ਼ ਐਂਡ ਹਿੰਦੀ, ਆਈ ਆਲਸੋ ਨੋ ਫ੍ਰੈਂਚ। ਤਾਂ ਆਈ ਵਾਸ ਸੇਇੰਗ ਕਿ ਹਾਲੇ ਕਿੰਨੀਆਂ ਲੈਂਗੁਏਜਸ ਹੋਰ ਨੇ ਦੁਨੀਆ ਦੀਆਂ। ਤਾਂ ਮੈਂ ਸੋਚਦਾ ਸੀਗਾ ਕਿ ਵੈਨ ਵੀ, ਜਦੋਂ ਅਸੀਂ ਅਰਦਾਸ ਕਰਦੇ ਹਾਂ, are we talking in the language which is understandable? ਤਾਂ ਉੱਥੇ ਇੱਕ ਅਧਿਆਤਮਕ ਜਿਹੜੀ ਵਿਚਾਰ ਹੈ, ਰੱਬ ਨੂੰ ਕਿਹੜੀ ਭਾਸ਼ਾ ਪਤਾ ਹੈ? ਜਾਂ ਰੱਬ ਨੂੰ ਸਾਰੀਆਂ ਭਾਸ਼ਾਵਾਂ ਪਤਾ ਨੇ? ਰੱਬ ਨੂੰ ਭਾਸ਼ਾ ਪਿਆਰ ਦੀ ਪਤਾ ਹੈ। ਮਨ ਕੀਤਾ ਭਾਉ,
whatever you say, ਤੁਸੀਂ ਕਿਹੜੀ ਵੀ ਭਾਸ਼ਾ 'ਚ ਗੱਲ ਕਰ ਰਹੇ ਹੋ, ਜੇ ਉਹਦੇ ਵਿੱਚ ਪਿਆਰ ਮਾਈਨਸ ਹੈ ਤਾਂ ਜਿੱਦਾਂ ਦੇ ਵੀ ਤੁਸੀਂ ਸ਼ਬਦ ਵਰਤ ਲਏ। ਅਰਦਾਸ ਵਿੱਚ ਕਈ ਲੋਕ ਬਹੁਤ ਪਿਆਰੀ ਅਰਦਾਸ ਕਰਦੇ ਆ, ਭਿੱਜ ਕੇ ਕਰਦੇ ਨੇ, ਉਹਨਾਂ ਨੂੰ ਅਰਦਾਸ ਸੁਣ ਕੇ ਸਹਿਜ ਆਨੰਦ ਆਉਂਦਾ ਹੈ ਵੀ ਕਿੰਨੀ ਪਿਆਰੀ ਸ਼ਬਦਾਵਲੀ ਹੈ ਇਹਨਾਂ ਦੀ ਅਰਦਾਸ ਦੀ। ਉਸ ਸ਼ਬਦਾਵਲੀ ਵਿੱਚ ਜਿਹੜਾ ਪਿਆਰ ਹੈ ਉਹ ਹੈ ਭਾਸ਼ਾ ਜਿਹੜੀ ਕਿ ਅਕਾਲ ਪੁਰਖ ਨੂੰ ਤੱਕ ਪੁੱਜਦੀ ਹੈ। ਤੋ ਮਨ ਕੀਤਾ ਭਾਉ ਇਹ ਹੈ ਸਾਡਾ ਅਲਟੀਮੇਟ ਥਰਡ ਸਟੈਪ। ਅਸੀਂ ਹੁਣ ਤੱਕ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਸਤ ਸੰਤੋ ਗਿਆਨ, ਮੰਨੈ ਸੁਰਤ ਹੋਵੇ ਮਨ ਬੁੱਧ। ਕਿੰਨੀਆਂ ਇਹ ਅਵਸਥਾਵਾਂ ਚੋਂ ਅਸੀਂ ਇਸ ਨੂੰ ਸਮਝਿਆ ਕਿ ਇਹ ਕਿਹੜੇ ਪੜਾਅ ਨੇ। ਇੱਥੇ ਤਿੰਨੇ ਪੜਾਅ ਉਹਨਾਂ ਨੇ ਅਸਲ ਤੱਤ ਵਾਲੇ ਪੜਾਅ ਇਸ ਪੌੜੀ ਚ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਜੇਕਰ ਆ ਕੀਤਾ ਕਿ ਸੁਰਤ ਨੂੰ ਗੁਰਬਾਣੀ ਵਿੱਚ ਇਕਾਗਰ ਕੀਤਾ, ਸੁਣਿਆ, ਉਸ ਗੁਰਬਾਣੀ ਦਾ ਤੱਤ ਸਾਰ ਮਨ ਵਿੱਚ ਵਸਾ ਲਿਆ, ਮੰਨਿਆ, ਇਹਦੇ ਵਿੱਚ ਇਹ ਫਿਰ ਕਈ ਵਾਰੀ ਕੀ ਹੁੰਦਾ ਹੈ, ਇਹ ਗਿਆਨ ਦੇ ਪੱਧਰ ਦੀਆਂ ਗੱਲਾਂ ਕੇਵਲ ਬ੍ਰੇਨ ਜਿਮਨਾਸਟਿਕਸ ਹੋ ਜਾਂਦਾ ਹੈ। ਕਿਉਂਕਿ ਤੀਸਰੀ ਅਵਸਥਾ ਗੁਰੂ ਸਾਹਿਬ ਨੇ ਨਾਲ ਹੀ ਇੱਥੇ ਇਹਦੇ ਜਿਹੜਾ ਤੀਜਾ ਪੜਾਅ ਹੈ ਇਹ ਗੁਰੂ ਸਾਹਿਬ ਨੇ ਨਾਲ ਹੀ ਇੱਥੇ ਮੈਂਸ਼ਨ ਕੀਤਾ। ਇਹ ਸਾਨੂੰ ਦਰਸਾਇਆ ਮਨ ਕੀਤਾ ਭਾਉ। ਵਾਈਸ ਵਰਸਾ ਇਜ਼ ਆਲਸੋ ਟਰੂ। ਮਨ ਵਿੱਚ ਭਾਉ, ਮਨ ਵਿੱਚ ਪਿਆਰ ਤਾਂ ਆਏਗਾ ਜੇ ਸੁਣਿਆ ਹੋਏਗਾ, ਜੇ ਮੰਨਿਆ ਹੋਏਗਾ। ਜਦੋਂ ਇੱਥੇ ਅਸੀਂ ਪੜ੍ਹਦੇ ਹਾਂ ਅੰਤਰਗਤੇ ਤੀਰਥ, ਫਿਰ ਤੇਰੇ ਅੰਦਰ ਤੇਰੇ ਤੀਰਥ ਹੈ। ਫਿਰ ਕਿੱਥੇ ਭਟਕਦਾ ਫਿਰਦਾ? ਅੰਤਰਗਤੇ ਤੀਰਥ। ਅੰਤਰਗਤੇ ਕਿਉਂ ਬੋਲਿਆ? ਪ੍ਰੈਪੋਜੀਸ਼ਨ। ਅੰਦਰਲੇ, ਜੇ ਨਾਲੇ, ਉਪਰੇ, ਬਾਹਰੇ, ਮੰਝਾਰੇ, ਅੰਤਰਗਤੇ। ਅੰਤਰਗਤੇ ਤੀਰਥ। ਮਲ ਨਾ ਹੋ, ਉੱਥੇ ਮਲ ਮਲ ਕੇ ਨਾ ਤੂੰ ਉਸ ਤੀਰਥ ਤੇ ਜਾ ਜਿਹੜਾ ਤੀਰਥ ਤੇਰੇ ਅੰਦਰ ਹੈ। ਉਹ ਬੱਸਾਂ ਤੇ ਲਿਖ ਦਿੰਦੇ ਨਾ ਤੀਰਥ ਨਹਾਵਣ ਜਾਓ, ਚਲੋ ਬਈ, ਅਗਲੀ ਤੁਕ ਜਾਣ ਕੇ ਨਹੀਂ ਲਿਖਦੇ। ਤੀਰਥ ਨਾਮ ਹੈ। ਇਹ ਰੱਬ ਦਾ ਅਹਿਸਾਸ ਹੀ ਤਾਂ ਤੀਰਥ ਹੈ। ਉੱਥੇ ਨਾ ਤੂੰ ਉਸ ਤੀਰਥ ਤੇ ਜਾ ਕੇ। ਅੰਤਰਗਤ ਤੀਰਥ ਮਲ ਨਾ ਹੋ। ਇਹ ਜਿਹੜਾ ਜਦੋਂ ਇਹ ਅਵਸਥਾ ਆਂਦੀ ਨਾ ਤੇ ਗੁਰੂ ਸਾਹਿਬ ਇੱਕ ਬੜੀ ਜ਼ਰੂਰੀ ਤੰਦ ਇੱਥੇ ਦੱਸਦੇ ਨੇ ਵੀ ਸੁਣਿਆ। ਇਹ ਇੱਕ ਬਹੁਤ ਵੱਡੀ ਇੱਕ ਸੋਝੀ ਹੈ, ਇਹ ਬਹੁਤ ਵੱਡਾ ਇੱਕ ਗੁਣ ਹੈ ਕਿ ਜਿਹੜਾ ਮੈਂ ਆਪਣੇ ਅੰਦਰ ਇਹ ਕਰਾਂ ਕਿ ਮੈਂ ਇਹ ਪ੍ਰਾਪਤ ਕਰਨਾ ਹੈ। ਮੈਂ ਆਪਣੀ ਸੁਰਤ ਨੂੰ ਪਹਿਲੇ ਆਪਣੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕੋਈ ਪਰੇਸ਼ਾਨੀ ਨਹੀਂ। ਜਦੋਂ ਤੂੰ ਅੰਦਰ ਜਾਣਾ, ਅੰਦਰ ਅਸੀਂ ਆਪਣੇ ਆਪ ਨੂੰ ਇਕਾਗਰ ਕਰਦੇ ਹਾਂ, ਆਪਣੀ ਸੁਰਤ ਨੂੰ ਟਟੋਲਦੇ ਹਾਂ, ਫਿਰ ਉਸ ਸੁਰਤ ਨੂੰ ਅਸੀਂ ਫੋਕਸ ਕਰਦੇ ਹਾਂ। ਇਹ ਕਿੰਨਾ ਭਾਰੀ ਵਰਚੂ ਹੈ, ਇਹ ਕਿੰਨਾ ਕੀਮਤੀ ਗੁਣ ਹੈ ਜਿਹਦੇ ਵਿੱਚ ਹੋਏ ਕਿ ਮੈਂ ਆਪਣੀ ਸੁਰਤ ਨੂੰ ਗੁਰਬਾਣੀ ਵਿੱਚ ਅਰਪਣ ਕਰਨਾ। ਮੈਂ ਸੁਣਿਆ ਮੇਰਾ ਗੁਣ ਹੈ। ਮੈਂ ਉਸ ਤੋਂ ਗੱਲ ਨੂੰ ਮੰਨਦਾ, ਮੇਰਾ ਗੁਣ ਹੈ। ਇਹ ਗੁਣ ਹੈ। ਮੇਰੇ ਮਨ 'ਚ ਭਾਵ ਪੈਦਾ ਹੁੰਦਾ ਹੈ। ਜਿਨ ਮਨ ਭਾਉ ਤਿਨਾ ਮਨ ਭਾਉ। ਜਿਸ ਦੇ ਮਨ ਵਿੱਚ ਰਿਗਾਰਡ ਹੋਏਗਾ ਗੁਰੂ ਦਾ, ਅਕਾਲ ਪੁਰਖ ਦਾ, ਉਸ ਦੇ ਮਨ ਵਿੱਚ ਹੀ ਪਿਆਰ ਪੈਦਾ ਹੋਏਗਾ। ਇੱਕ ਦਿਨ ਉਹ ਰਿਗਾਰਡ ਪੈਦਾ ਕਰਨਾ ਹੈ, ਉਹ ਚਿੜਕ ਜਲਾਣੀ। ਇਹ ਗੁਣ ਹੈ। ਗੁਰੂ ਸਾਹਿਬ ਕਹਿੰਦੇ ਜਦੋਂ ਇਹ ਸਾਰਾ ਕੁਝ ਹੋ ਗਿਆ, ਜਦੋਂ ਮੈਂ ਸੁਣ ਵੀ ਲਿਆ, ਮੰਨ ਵੀ ਲਿਆ ਤੇ ਮੈਂ ਪਿਆਰ ਦੇ ਨਾਲ ਭਿੱਜ ਵੀ ਗਿਆ, ਮੈਨੂੰ ਉਸਦੀ ਆਪਣਤ, ਉਸਦਾ ਅਹਿਸਾਸ, ਉਸਦਾ ਇਹ ਨਾਮ ਦਾ ਮੈਨੂੰ ਸੋਝੀ ਹੋ ਜਾਂਦੀ ਹੈ। ਇਹ ਸਾਰੇ ਗੁਣ ਨੇ,
ਹੁਣ ਇਹਨਾਂ ਗੁਣਾਂ ਦੀ ਗੱਲ ਗੁਰੂ ਸਾਹਿਬ ਦੱਸਦੇ ਨੇ, ਸਭੇ ਗੁਣ ਤੇਰੇ, ਇਹ ਤੇਰੀ ਬਖਸ਼ਿਸ਼ਾਂ ਨੇ। ਕਿਤੇ ਮੈਂ ਆਪਣੇ ਤੀਰਥ ਦਾ ਵੱਖਰਾ ਝੰਡਾ ਗੱਡ ਲਾਂ ਕਿ ਮੈਂ ਵੀ ਤੀਰਥ ਹਾਂ, ਇਹ ਸਭੇ ਗੁਣ ਤੇਰੇ, ਸਭੇ ਸਾਰੇ ਸਭੇ ਗੁਣ ਤੇਰੇ, ਮੈਂ नाही कोई, ਇਹ ਮੇਰਾ ਗੁਣ ਨਹੀਂ ਹੈ ਕੋਈ ਕਿ ਮੈਂ ਆਪਣੇ ਤੌਰ ਤੇ ਸੁਣ ਲਵਾਂ, ਮੈਂ ਸਮਝ ਲਵਾਂ ਤੇ ਮੈਂ ਆਪਣੇ ਪਿਆਰ ਪੈਦਾ ਕਰ ਲਾਂ, ਮੈਂ ਮੈਨੂਫੈਕਚਰ ਕਰ ਲਾਂ ਕੋਈ ਪਿਆਰ। ਤੇਰੀ ਬਖਸ਼ਿਸ਼ ਹੈ, ਇਹ ਸਭ ਤੇਰੇ ਗੁਣ ਦਿੱਤੇ ਨੇ, ਸਭੇ ਗੁਣ ਤੇਰੇ, ਮੈਂ नाही कोई ਤੇ ਵਿਣ ਗੁਣ ਕੀਤੇ, ਜੇ ਤੂੰ ਮੈਨੂੰ ਇਹ ਗੁਣ ਨਾ ਦੇ, ਜੇ ਮੇਰੇ ਅੰਦਰ ਇਹ ਸੋਝੀ ਨਾ ਦੇ, ਇਹ ਵਰਚੂਸ ਮੇਰੇ ਅੰਦਰ ਪੈਦਾ ਨਾ ਹੋਣ, ਵਿਣ ਗੁਣ ਕੀਤੇ, ਵਿਣ ਗੁਣ ਕੀਤੇ ਭਗਤ ਨਾ ਹੋਏ, ਉਹ ਫਿਰ ਭਗਤੀ ਨਹੀਂ ਹੋ ਸਕਦੀ, ਕੁਝ ਹੋਰ ਕਰ ਰਿਹਾ ਮੈਂ। ਇਹ ਮੇਰੀ ਅਕਾਲ ਪੁਰਖ ਤੇਰੇ ਨਾਲ ਮੇਰੀ ਐਸੋਸੀਏਸ਼ਨ, ਇਹ ਮੈਂ ਪੀੜੀ ਗੰਢ ਹਰ ਵੇਲੇ ਬਣ ਕੇ ਰੱਖਾਂ ਕਿ ਸਭੇ ਗੁਣ ਤੇਰੇ, ਸਭੇ ਗੁਣ ਤੇਰੇ, ਮੈਂ नाही कोई, ਨਾ ਮੈਂ ਸੁਣਨ ਦੇ ਮੇਰੀ ਸਮਰੱਥ ਹੈ ਕਿ ਮੈਂ ਸੁਣ ਸਕਾਂ, ਮੈਂ ਆਪਣੀ ਸੁਰਤ ਨੂੰ ਗੁਰਬਾਣੀ ਵਿੱਚ ਆਪ ਮੁਹਾਰੇ ਕਰ ਸਕਾਂ, ਫਿਰ ਉਹਨੂੰ ਮੈਂ ਸਮਝ ਵੀ ਸਕਾਂ ਤੱਤ, ਤੇ ਉਹ ਤੱਤ ਮੈਂ ਆਪਣੇ ਮਨ ਤੇ ਲਾਗੂ ਵੀ ਕਰ ਲਾਂ, ਤੇ ਮੇਰਾ ਉਹਦੇ ਵਿੱਚ ਪਿਆਰ ਵੀ ਪੈਦਾ ਹੋ ਜਾਏ। ਇਹ ਸਭੇ ਗੁਣ ਤੇਰੇ, ਇਹ ਤੂੰ ਸੱਚੇ ਪਾਤਸ਼ਾਹ ਮਿਹਰ ਕਰੇ, ਇਹ ਤਾਂ ਹੀ ਸੰਭਵ ਹੈ, ਤੇ ਇਸ ਤੋਂ ਬਿਨਾ ਹੋ ਨਹੀਂ ਸਕਦਾ। ਵਿਣ ਗੁਣ ਕੀਤੇ, ਵਿਣ ਗੁਣ ਕੀਤੇ ਭਗਤ ਨਾ ਹੋਏ, ਇਹ ਭਗਤੀ ਤਾਂ ਹੈ, ਇਹ ਭਗਤੀ ਤਾਂ ਹੋ ਸਕਦੀ ਹੈ ਜੇ ਆ ਪੜਾ ਸਾਰਾ ਲੰਘੇ। ਤੇ ਸੱਚੇ ਪਾਤਸ਼ਾਹ ਮੈਂ ਤਾਂ ਤੇਰੇ ਤੋਂ ਸਦਕੇ ਜਾਣਾ, ਸਵਸਤ ਸਵਸਤ ਮੈਂ ਸਦਕੇ ਜਾਣਾ ਤੇਰੇ ਤੋਂ। ਇਹ ਸਾਰਾ ਕੁਝ ਜਿਹੜਾ ਤੂੰ ਮੇਰੇ ਆਸ-ਪਾਸ ਬਣਾਇਆ ਹੈ, ਮੇਰੇ ਜਿਹੜੀ ਗੁੰਝਲਾਂ ਨੇ, ਦੁਨੀਆ ਦੀ ਮਾਇਆਵੀ ਗੁੰਝਲਾਂ ਨੇ, ਇਹਦੇ ਵਿੱਚ ਮੈਨੂੰ ਪਾਇਆ ਅੰਜਨ ਮਾਹੇ, ਅੰਜਨ ਇਜ਼ ਮਾਇਆ, ਅੰਜਨ ਮਾਹੇ ਨਿਰੰਜਨ ਰਹੀ ਹੈ। ਇਸ ਮਾਇਆ ਦਾ ਜਿਹੜਾ ਤੂੰ ਮੇਰੇ ਆਸ-ਪਾਸ ਜਾਲ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਚੁਗਲੀ ਵਕੀਲੀ, ਕਿੰਨੇ ਤਰ੍ਹਾਂ ਦੇ ਮੇਰੇ ਤੇ ਤੂੰ ਇਹ ਆਸ-ਪਾਸ ਇਹ ਜਾਲ ਮੇਰੇ ਆਸ-ਪਾਸ ਨੇ। ਇਹ ਸੱਚੇ ਪਾਤਸ਼ਾਹ ਇਹ ਜਾਲ ਵੀ ਸਾਰੇ, ਮੈਂ ਤਾਂ ਇਹਦੇ ਸਾਰਿਆਂ ਚੋਂ ਵੀ, ਜਿਸ ਤਰ੍ਹਾਂ ਭਾਈ ਕਨਈਆ ਜੀ ਨੂੰ ਜੰਗ ਦੇ ਮੈਦਾਨ ਵਿੱਚ ਹਰ ਕਿਸੇ ਵਿੱਚ ਗੁਰੂ ਨਜ਼ਰ ਆਉਂਦਾ, ਗੁਰੂ ਸਾਹਿਬ ਕਹਿੰਦੇ ਇਹ ਮਾਇਆ ਵੀ ਤੂੰ ਹੀ ਹੈ, ਮੈਂ ਤੇਰੇ ਤੋਂ ਸਦਕੇ ਜਾਣਾ। ਸਵਸਤ ਆਥ, ਆਥ ਇਸ ਮਾਇਆ, ਇਹ ਮਾਇਆ ਵੀ ਤੂੰ ਹੀ ਹੈ, ਮੈਂ ਤੇਰੇ ਤੋਂ ਸਦਕੇ ਜਾਣਾ। ਹੁਣ ਉਹਨਾਂ ਨੂੰ ਐਡਰੈਸ ਕੀ ਕਰ ਰਿਹਾ, ਹੇ ਤੂੰ ਮਾਇਆ, ਇਹ ਮਾਇਆ ਦਾ ਰੂਪ ਹੀ ਤੂੰ ਹੀ ਹੈ। ਇਹ ਜਿਹੜੀ ਬਾਣੀ ਜੋ ਕੁਝ ਵੀ ਮੈਂ ਬੋਲਦਾ ਚੱਲਦਾ, ਜੋ ਸਾਡਾ ਕੁਝ ਜਿਹੜਾ ਆਦਾਨ ਪ੍ਰਦਾਨ, ਜੋ ਪੜ੍ਹਨਾ ਲਿਖਣਾ ਸਾਰਾ ਕੁਝ, ਇਹ ਸਭ ਤੂੰ ਹੀ ਹੈ। ਤੂੰ ਮਛਲੀ ਵੀ ਤੂੰ ਹੀ ਤੇ ਜਾਲ ਵੀ ਤੂੰ ਹੀ, ਦੇਣ ਵਾਲਾ ਵੀ ਤੂੰ ਹੀ ਤੇ ਲੈਣ ਵਾਲਾ ਵੀ ਤੂੰ ਹੀ। ਸਵਸਤ ਮੈਂ ਸਦਕੇ ਜਾਣਾ ਤੇਰੇ ਤੋਂ। ਆਥ ਬਾਣੀ ਬਰਮਾਓ, ਇਹ ਬਰਮਾ ਵੀ ਤੂੰ ਹੀ ਹੈ। ਸਾਰੇ ਦੁਨੀਆ ਦੇ ਜਿਹੜੇ ਵੀ ਲੋਕ ਨੇ, ਜੋ ਵੀ ਦੇਵੀ ਦੇਵਤੇ ਨੇ, ਜੋ ਕਿਸੇ ਨੇ ਬਣਾਏ ਨੇ, ਜੋ ਕੋਈ ਹੈਗੇ ਨੇ, ਜਿਹੜਾ ਆਕਾਰ ਹੈ, ਜੋ ਕੁਝ ਵੀ ਅਸੀਂ ਬੋਲਦੇ ਚੱਲਦੇ ਹਾਂ, ਸਾਡੇ ਸੁਭਾਅ ਨੇ, ਜੋ ਵੀ ਮਾਇਆ ਦਾ ਪ੍ਰਭਾਵ ਹੈ, ਜੋ ਵੀ ਪਸਾਰਾ ਹੈ, ਜੋ ਵੀ ਆਕਾਰ ਹੈ, ਇਹ ਸਾਰਾ ਕੁਝ ਤੂੰ ਹੀ ਹੈ। ਮੈਂ ਤੇਰੇ ਤੋਂ ਸਦਕੇ ਜਾਣਾ। ਸਵਸਤ ਆਥ ਬਾਣੀ ਬਰਮਾਓ, ਸਤ ਤੂੰ ਤਾਂ ਹਮੇਸ਼ਾ ਕਾਇਮ ਦਾਇਮ ਹੈ। ਸਤ ਹਮੇਸ਼ਾ ਸਥਿਰ ਹੈ, ਤੂੰ ਹਮੇਸ਼ਾ ਕਾਇਮ ਦਾਇਮ ਹੈ। ਸਤ ਸੁਹਾਣ, ਕਿੰਨਾ ਸੋਹਣਾ ਲੱਗਦਾ, ਕਿਉਂਕਿ ਮਨ ਭਾਵ ਹੈ ਨਾ, ਪਿਆਰ ਹੈ,
उस प्यार तो बाद ये तंद भी कितनी पक्की है कि सच्चे पातशाह विण गुण कीते, उस तो बिना मैनू इस गल दा ये मैं आनंद ही नहीं ले सकता उस तो बिना। सत सुहान सदा मन चाहो तेरे अंदर, क्योंकि सारे संबोधन चल रहे ने स्वसत तो बाद सदके जाना, हे आथ, हे बाणी, हे बरमाओ, हे सत, हे सुहान, ये तेरे मन च सदा चाहो रहिंदा। ਜਦੋਂ ਅਕਾਲ ਪੁਰਖ ਪ੍ਰਤੀ, ਅਕਾਲ ਪੁਰਖ ਪ੍ਰਥਾਏ ਇਹ ਸਾਰਾ ਧਿਆਨ ਗੁਰੂ ਸਾਹਿਬ ਦਾ ਕੇਂਦਰਿਤ ਹੋ ਰਿਹਾ ਹੈ, ਤਾਂ ਇੱਕ ਗੁਰੂ ਸਾਹਿਬ ਆਪਣੇ ਮਨ 'ਚ ਸਵਾਲ ਖੜਾ ਕਰ ਰਹੇ ਨੇ ਤੇ ਸਾਨੂੰ ਸਮਝਾ ਰਹੇ ਨੇ, ਇਹ ਸੱਚੇ ਪਾਤਸ਼ਾਹ ਤੂੰ ਕਾਇਮ ਦਾਇਮ ਹੈ, ਇਹ ਸਾਰੀਆਂ ਬਖਸ਼ਿਸ਼ਾਂ ਗੁਣ ਬਖਸ਼ ਰਿਹਾ, ਸਾਰਾ ਕੁਝ ਤੇਰਾ, ਸਾਰਾ ਪਸਾਰਾ ਕੀਤਾ ਹੈ, ਇਹ ਸਾਰਾ ਕੁਝ ਕਦੋਂ ਦਾ ਕਰ ਰਹੇ ਆ। ਔਰ ਗੁਰੂ ਸਾਹਿਬ ਉਸ ਵੇਲੇ ਦੇ ਜਿਹੜੇ ਨਾ ਦੋ ਤਰ੍ਹਾਂ ਦੀਆਂ, ਇੱਕ ਹਿੰਦੂ ਮਤ ਚੱਲਦਾ, ਇੱਕ ਮੁਸਲਮਾਨ ਮਤ ਚੱਲਦਾ, ਉਹਨਾਂ ਦੀ ਸ਼ਬਦਾਵਲੀ ਨੂੰ ਕਿਸ ਤਰ੍ਹਾਂ ਦੇਖੋ, ਕਿੰਨੀ ਬਾਰੀਕੀ ਦੇ ਨਾਲ, ਕਿੰਨੇ ਪਿਆਰ ਦੇ ਨਾਲ ਉਹਨਾਂ ਨੂੰ ਰੈਫਰੈਂਸ ਕਰਦੇ ਆ। ਕਵਣ ਸੋ ਵੇਲਾ, ਕਵਣ ਸੋ ਵੇਲਾ, ਉਹ ਸਮਾਂ, ਉਹ ਕਿੱਦਾਂ ਦਾ ਸਮਾਂ, ਉਹ ਕਿਹੜਾ ਸਮਾਂ ਸੀ ਵੀ ਤੇਰੇ ਤੋਂ ਮੈਨੂੰ ਇੰਨਾ ਗੁਣ ਪ੍ਰਾਪਤ ਹੋ ਰਹੇ ਨੇ, ਤੂੰ ਮੈਨੂੰ ਆ ਮਾਰਗ ਦਿੱਤਾ, ਤੂੰ ਮੇਰਾ ਇੰਨਾ, ਮੇਰਾ ਤੇਰੇ ਨਾਲ ਮੈਨੂੰ ਆਨੰਦ ਹੋ ਰਿਹਾ, ਮੇਰੇ ਮਨ ਚ ਭਾਓ, ਮੇਰੇ ਮਨ ਚ ਚਾਹੋ, ਤੇ ਕਵਣ ਸੋ ਵੇਲਾ, ਉਹ ਕਿਹੜਾ ਵੇਲਾ ਸੀ। ਵਕਤ ਕਵਣ, ਦੇਖੋ ਇੱਕ ਵੇਲਾ ਕਿਹਾ, ਹੁਣ ਇਹ ਇੱਕ ਤਰ੍ਹਾਂ ਦੀ ਨਾਲ ਜਿਹੜੀ ਹਿੰਦੂ ਮਾਈਥੋਲੋਜੀ ਹੈ ਵੇਲਾ, ਪਰ ਮੁਸਲਿਮ ਉਹ ਬੋਲਦੇ ਨੇ ਵਕਤ, ਉਹਨਾਂ ਦਾ ਵਕਤ ਥੋੜਾ ਜਿਹਾ ਇਹ ਉਰਦੂ ਦਾ ਉਸ ਤਰ੍ਹਾਂ ਦਾ ਅਰੇਬਿਕ। ਵਕਤ ਕਵਣ, ਕਵਣ ਸੋ ਵੇਲਾ, ਵਕਤ ਕਵਣ, ਅੱਛਾ ਵਕਤ ਕਿਹੋ ਜਿਹਾ ਸੀ। ਤਾਂ ਵੇਲਾ ਵੀ ਪੁੱਛਿਆ ਗੁਰੂ ਸਾਹਿਬ ਨੇ, ਵਕਤ ਵੀ ਪੁੱਛਿਆ, ਬੜੀ ਬਰੀਕੀ ਨਾਲ, ਪਿਆਰ ਦੇ ਨਾਲ, ਵੀ ਇਹ ਸਾਰੇ ਭਾਲਦੇ ਨੇ ਇਸ ਗੱਲ ਨੂੰ, ਇਹ ਸਾਰਿਆਂ ਦਾ ਪ੍ਰਸ਼ਨ ਹੈ। ਕਵਣ ਸੋ ਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਤੇ ਥਿਤ ਵਾਰ ਵੀ ਥੋੜਾ ਸਮਝੀਏ। ਥਿਤ ਔਰ ਥਿਤ ਕੀ ਹੁੰਦਾ ਹੈ ਤੇ ਵਾਰ ਕੀ ਹੁੰਦਾ ਹੈ। ਵਾਰ ਅਸੀਂ ਸਮਝਦੇ ਹਾਂ, ਬਹੁਤਾ ਯੂਜ਼ ਕਰਦੇ ਹਾਂ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ। ਵਾਰ ਨੇ 7 days, 7 ਵਾਰ। ਤੋ ਇਹ 7 ਵਾਰ ਹੁੰਦੇ ਨੇ, 7 days a week। ਇਹ ਹੈ ਸੋਲਰ का ਹਿਸਾਬ ਚੱਲਦਾ ਹੈ ਵਾਰ, ਤੇ ਲੂਨਰ ਜਦੋਂ ਕੈਲੰਡਰ ਬਣਦਾ ਹੈ ਚੰਦਰਮਾ ਦੇ ਹਿਸਾਬ ਨਾਲ, ਤੇ ਉਹਦਾ ਸਿਸਟਮ ਚੱਲਦਾ 15 days। ਪਹਿਲੀ ਥਿਤ, ਦੂਜੀ ਥਿਤ, ਤੀਜੀ ਥਿਤ, ਇਹ 15 ਥਿਤਾਂ, 15 ਤੋਂ ਬਾਅਦ ਫਿਰ ਪਹਿਲੀ ਥਿਤ। ਇਸ ਕਰਕੇ ਆਪਸ ਵਿੱਚ ਮੇਲ ਕਰਨਾ ਮੁਸ਼ਕਲ ਹੁੰਦਾ ਹੈ। ਇਹਦੇ ਚੱਲਦੇ 7 days a week, ਉਹਦਾ 15 days ਦੀ ਥਿਤਾਂ ਚੱਲਦੀਆਂ। तो गुरु साहब ने इत्थे दोने पूछ लिया भी उस दिन थित केड़ी सी, क्योंकि थित हिंदू माइथोलॉजी थित चलती है, ते सोलर कैलेंडर च वार चलता है। पर एक होर रेफरेंस थित वार की गल आई है, ते गुरु साहब बड़ा क्लीयरली कहते ने, थित वार सेवे मुगत गवार। जिहड़ा इनू इन्नी ज्यादा इंपॉर्टेंस दे दे कि ओह थित नूं ही, ਉਹ ਵਾਲਾ ਵਾਰ, ਉਹ ਥਿਤ ਵਾਰ ਸੇਵੇ ਮੁਗਤ ਗਵਾਰ। ਇਹ ਚਲੋ ਪਾਸਿੰਗ ਰੈਫਰੈਂਸ ਥਿਤ ਵਾਰ। ਕਵਣ ਸੋ ਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ। ਵਾਰ ਨਹੀਂ ਕਹਿ ਸਕਦੇ ਵਾਰ, ਕਿਉਂਕਿ ਇੱਕ ਵਾਰ ਪਾਰਟਿਕੂਲਰ ਉਸ ਵਾਰ ਦੀ ਗੱਲ ਕਰ ਰਿਹਾ ਹੈ। ਉਹ ਕਿਹੜੀ ਥਿਤ ਸੀ, ਇੱਕ ਥਿਤ, ਉਹ ਕਿਹੜਾ ਵਾਰ ਸੀ। ਕਵਣ ਸੇ ਰੁੱਤੀ, ਉਹ ਕਿਹੜਾ ਸੀਜ਼ਨ ਸੀ। ਉਹ ਬੜਾ ਗੁਰੂ ਸਾਹਿਬ ਪਰਟੀਨੈਂਟ ਕੁਐਸਚਨ ਪੁੱਛ ਰਹੇ ਆ ਕਿ ਵੇਗਲੀ ਤਾਂ ਆਪਾਂ ਕਹਿ ਦਿੰਦੇ ਆ। ਕਵਣ ਸੇ ਰੁੱਤੀ, ਮਾਹੋ ਕਵਣ, ਮਾਹ ਤੇ ਮਾਹੋ, ਮਾਹੋ would be ਇੱਕ ਮਾਹ,
ਮਹਾਕਵਣ, ਜਦੋਂ ਅਸੀਂ ਮਹਾਕਵਣ ਬੋਲਦੇ ਹਾਂ ਤਾਂ ਉਹਦਾ ਇੱਕ ਨਾ, ਜਦੋਂ ਅਸੀਂ ਗੁਰਬਾਣੀ ਉਚਾਰਨ ਦੀਆਂ ਪ੍ਰਣਾਲੀਆਂ ਨੂੰ ਦੇਖਿਆ ਤਾਂ ਮੇਰੇ ਜੇ ਸਮਝ ਆਈਆਂ 4 ਪ੍ਰਣਾਲੀਆਂ ਨੇ। ਉਹਦੇ ਵਿੱਚੋਂ ਇੱਕ ਪ੍ਰਣਾਲੀ ਹੈ ਅਵਰਾ ਭਾਸ਼ਾ ਆਧਾਰਿਤ ਗੁਰਬਾਣੀ ਉਚਾਰਨ ਪ੍ਰਣਾਲੀ। ਮਹਾ ਬੋਲਣਾ ਨਾ ਇਹਨੂੰ, ਇਹ ਹਿੰਦੀ ਭਾਸ਼ਾ ਦਾ, ਕਿਉਂਕਿ ਹਿੰਦੀ ਭਾਸ਼ਾ 'ਚ ਮਹੀਨੇ ਨੂੰ ਮਹਾ ਬੋਲਿਆ ਜਾਂਦਾ। ਮਾਹ ਗੁਰਬਾਣੀ ਦੀ ਵਿਆਕਰਣ ਵਿੱਚ ਮਾਹ ਤੇ ਮਾਹੋ ਇਹ 2 ਚੀਜ਼ਾਂ ਹੋ ਜਾਂਦੀਆਂ। ਮਾਹ ਹੈ ਮਹੀਨੇ, ਮਾਹੋ ਹੈ ਮਹੀਨਾ। ਇੱਥੇ ਗੁਰੂ ਸਾਹਿਬ ਕੀ ਪੁੱਛ ਰਹੇ ਨੇ? ਇੱਥੇ ਗੁਰੂ ਸਾਹਿਬ ਪੁੱਛ ਰਹੇ ਨੇ ਉਹ ਕਿਹੜਾ ਮਹੀਨਾ ਸੀ? ਤਾਂ ਮਹੀਨੇ ਦੀ ਗੱਲ ਨਹੀਂ ਹੋ ਸਕਦੀ। ਤਾਂ ਜਦੋਂ ਅਸੀਂ ਇਸ ਨੂੰ ਬੋਲਦੇ ਹਾਂ ਮਹਾਕਵਣ, ਤਾਂ ਅਸੀਂ ਇਆਣੇ ਪੰਚ ਇਹ ਪੁੱਛ ਰਹੇ ਨੇ ਕਿਹੜੇ ਮਹੀਨੇ ਸੀ, ਕਿਉਂਕਿ ਗੁਰਬਾਣੀ ਵਿੱਚ ਮਾਹੋ ਹਾਹੇ ਨੂੰ ਔਂਕੜ ਐਵੇਂ ਨਹੀਂ ਪਏ ਹੋਇਆ। ਉਹ ਸਾਨੂੰ ਦੱਸ ਰਿਹਾ ਹੈ ਕਿ ਕਿਹੜਾ ਮਹੀਨਾ ਸੀ, ਇੱਕ ਵਚਨ ਬਣਾ ਰਿਹਾ। ਪਾਤਸ਼ਾਹ ਵੀ ਹੈ, ਪਾਤਸ਼ਾਹੋ ਵੀ ਹੈ। ਜਦੋਂ ਵੀ ਅਕਾਲ ਪੁਰਖ ਨੂੰ ਕਿਹਾ ਤੇ ਪਾਤਸ਼ਾਹੋ ਕਿਹਾ, ਜਦੋਂ ਮਨੁੱਖਾਂ ਨੂੰ ਕਿਹਾ ਤੇ ਪਾਤਸ਼ਾਹ ਕਿਹਾ। ਅਸੀਂ ਗੁਰਬਾਣੀ ਤੋਂ ਅਣਜਾਣ ਪੰਚ, ਇਆਣੇ ਪੰਚ ਨੂੰ ਅਕਾਲ ਪੁਰਖ ਨੂੰ ਮਨੁੱਖ ਕਹਿ ਬੈਠਦੇ ਆ ਤੇ ਮਨੁੱਖਾਂ ਨੂੰ ਅਕਾਲ ਪੁਰਖ ਕਹਿ ਬੈਠਦੇ। ਗੁਰਬਾਣੀ ਤੋਂ ਕਿੰਨਾ ਗਲਤ ਹੋ ਜਾਂਦਾ। ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ। ਇਹ ਜਦੋਂ ਤੋਂ ਸਾਰਾ ਕੁਝ ਪੈਦਾ ਕੀਤਾ, ਉਸ ਦਿਨ ਉਹ ਕਿਹੜਾ ਵਾਰ ਸੀ, ਕਿਹੜੀ ਤਿਥੀ ਸੀ, ਕਿਹੜਾ ਮਹੀਨਾ ਸੀ, ਕਿਹੜੀ ਰੁੱਤ ਸੀ? ਉਹ ਵੇਲਾ ਕਿਹੜਾ ਸੀ, ਸਮਾਂ ਕੀ ਸੀ? ਸਵੇਰੇ ਕੀਤਾ ਸੀ, ਸ਼ਾਮੀ ਕੀਤਾ ਸੀ? ਆਕਾਰ ਜਦੋਂ ਇੱਕਦਮ ਹੋਇਆ ਸਾਰਾ ਪਿਆਰ ਕੀਤਾ ਪਸਾਓ ਇੱਕੋ ਕੋ, ਤਿਸਤੇ ਹੋਏ ਲਖ ਦਰਿਆਓ। ਉਹ ਕਿਹੜਾ ਜਿਤ ਹੋਆ ਆਕਾਰ? ਵੇਲ ਨਾ ਪਾਈਆ ਪੰਡਤੀ। ਇਹ ਵੇਲਾ, ਉਹ ਐਗਜ਼ੈਕਟ ਸਮਾਂ ਪੰਡਤਾਂ ਤੋਂ ਨਹੀਂ ਬੁੱਝਿਆ ਜਾ ਸਕਿਆ। ਇਹ ਰਾਈਟਿੰਗ ਔਨ ਦਾ ਵਾਲ ਆਨਸਰ ਹੈ। ਜਿਹੜੇ ਕਿਸੇ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਕਾਸਮੋਲੋਜੀ ਦੀਆਂ ਗੱਲਾਂ ਕਰਦੇ ਆ, ਔਰ ਇਹ ਕਹਿੰਦੇ ਨੇ ਗੁਰੂ ਸਾਹਿਬ ਦੀ ਕਾਸਮੋਲੋਜੀਕਲ ਜਿਹੜੇ ਇੰਪ੍ਰੈਸ਼ਨਸ ਨੇ ਇਹ ਪੁਰਾਣੇ ਵੇਦਾਂ ਸ਼ਾਸਤਰਾਂ ਤੋਂ ਪ੍ਰੇਰਿਤ ਨੇ। ਇਹ ਉਸੇ ਗੱਲ ਨੂੰ ਕਿਹਾ ਜਾ ਰਿਹਾ ਹੈ, ਇਹ ਦੂਸਰੀ ਭਾਸ਼ਾ 'ਚ ਉਸੇ ਗੱਲ ਨੂੰ ਕਿਹਾ ਜਾ ਰਿਹਾ ਹੈ। ਕਾਸਮਿਕ ਕਾਸਮੋਲੋਜੀ ਬੋਲਦੇ ਆ, ਬ੍ਰਹਮੰਡੀ ਗੱਲਾਂ, ਇਹ ਚੰਦ ਸੂਰਜ ਦੀਆਂ ਗੱਲਾਂ, ਇਹ ਕਦੋਂ ਬਣਿਆ, ਕਿੰਨੇ ਸੂਰਜ ਨੇ ਤੇ ਕਿੰਨੇ, ਇਹ ਤਾਂ ਗੁਰੂ ਸਾਹਿਬ ਨੇ ਉਸ ਵੇਲੇ ਦੀਆਂ ਗੱਲਾਂ ਲਿਖੀਆਂ ਨੇ, ਜਿਹੜੀਆਂ ਗੱਲਾਂ ਕਿਸੇ ਦੇ ਚਿੱਤ ਚੇਤੇ ਵਿੱਚ ਨਹੀਂ। ਜਦੋਂ ਸਾਰਾ ਕੁਝ ਨਹੀਂ ਸੀਗਾ, ਅਰਬਦ ਨਰਬਦ ਧੰਦੂਕਾਰਾ, ਸਾਰੇ ਪਾਸੇ ਧੁੰਦ ਪਈ ਹੈ, ਨੇਰ ਗੁਬਾਰ ਹੈ। ਜਿਹੜੀ ਧਰਤੀ ਤੇ ਖੜ ਕੇ ਗੱਲ ਕਹੀ ਜਾ ਰਹੀ ਹੈ ਉਹਨੂੰ ਕਹਿਣਾ ਧਰਨ ਨਾ ਗਗਨਾ। ਇਹ ਧਰਤੀ ਨਹੀਂ ਸੀ, ਇੰਨਾ ਵਿਰਾਟ ਅਸਮਾਨ ਸਿਰ ਤੇ ਹੈ। ਇਹ ਕਹਿਣਾ ਕਿ ਅਸਮਾਨ ਵੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਆਪਾ, ਉਸ ਦਾ ਹੁਕਮ ਵਰਤ ਰਿਹਾ ਸੀ, ਉਹ ਸੀ। ਕੇਵਲ ਰੱਬ ਸੀ ਉਸ ਵੇਲੇ, ਕੇਵਲ ਅਕਾਲ ਪੁਰਖ ਸੀ। ਇਹ ਥਾਟ ਕਿੰਨੀ ਇਹ ਦੱਸ ਰਿਹਾ ਹੈ, ਇਹ ਪ੍ਰਤੀਕ ਹੈ ਕਿ ਕਿੰਨੀ ਓਰੀਜਨੈਲਿਟੀ ਹੈ। ਤੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਉੱਥੋਂ ਲਈ ਗੱਲ, ਗੁਰੂ ਸਾਹਿਬ ਕਿੰਨਾ ਕਲੀਅਰ ਦੱਸ ਰਿਹਾ, ਵੇਲ ਨਾ ਪਾਈਆ ਪੰਡਤੀ। ਜੇ ਪਾਇਆ ਹੁੰਦਾ ਪੁਰਾਣ ਵਰਗਾ ਕੋਈ ਲੇਖ ਲਿਖ ਦੇਣਾ ਸੀ, ਜ਼ਰੂਰ ਲਿਖਣਾ ਸੀ ਕਿ ਆ ਵੇਲਾ ਸੀ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਪਰ ਜਦੋਂ ਦੂਜੀ ਗੱਲ ਕੀਤੀ, ਹੁਣ ਵੇਲ ਨਹੀਂ ਕਿਹਾ, ਵਕਤ ਨਾ ਪਾਇਓ ਕਾਦੀਆ। ਇਹ ਕਾਜ਼ੀਆਂ ਨੂੰ ਵੀ ਜੇ ਪਤਾ ਹੁੰਦਾ, ਉਹਨਾਂ ਨੂੰ ਵੀ ਇਸ ਵਕਤ ਦਾ ਨਹੀਂ ਪਤਾ ਲੱਗਿਆ। ਵਕਤ ਨਾ ਪਾਇਓ ਕਾਦੀਆ,
जे लिखन लेख कुरान, तो कुरान वर्गा कोई लेख उन्होंने लिखना सी, उस दसना सी उन्होंने, जे उन्होंने पता हुंदा। उन्होंने नहीं पता लग्या, उन्होंने वक्त नहीं पता लग्या, उन्होंने वेला नहीं पता लग्या। वेल ना पाइया पंडिती, जे होवे लेख पुराण, नहीं तां लिख देंदे। वक्त ना पायो कादिया, जे लिखन लेख कुरान, थित वार ना जोगी जाने। क्योंकि जोगियां का भी बड़ा बोलबाला सी कि वही तप करने वाले। थित वार ना जोगी जाने, रुत माह ना कोई। असी अक्सर बोलते हैं रुत माह ना कोई। हाहे दा औंकड़ दा उच्चारण गुरबाणी व्याकरण आधारित, ਜਦੋਂ ਅਸੀਂ ਗੁਰਬਾਣੀ ਉਚਾਰਨ ਕਰਾਂਗੇ ਤਾਂ ਇਹ ਔਂਕੜ ਜਿਹੜੇ ਸਾਨੂੰ ਦੱਸ ਰਹੇ ਨੇ ਕੁਝ। ਰੁੱਤ ਮਾਹੋ ਨਾ ਕੋਈ, ਕੋਈ ਨਹੀਂ ਦੱਸ ਸਕਦਾ। ਜਾ ਕਰਤਾ ਸਿਰ ਠੀਕੋ ਸਾਜੈ, ਆਪੇ ਜਾਣੈ ਸੋਈ। ਜਿਹੜਾ ਕਰਤਾਰ ਨੇ ਇਹ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਜਾ ਕਰਤਾ ਸਿਰ ਠੀਕੋ ਸਾਜੇ, आपे जाने सोई। केवल वो आप ही जानता है, क्योंकि उस वेले कोई सी ही नहीं। जदों केवल काल पुरख सी, उसने कदों सारा अवकार किया, केवल वही जानता है। किव कर आखा, मैं इसनों किवें आखा। गुरु साहब वो गुणा तो अकाल पुरख वाल जांदे जांदे ते ये सारा संदर्भ समझाते कि किव कर आखा, मैं किवें दसां। आखा जिहड़ी गल मैं दे नाल आंदी है, वो आखा, सिमरा, जीवा, ये इस तरह आंदी गुरबाणी दे व्याकरण अनुसार। पंजाबी दे व्याकरण अनुसार सानू ते बिंदियां लाने दिल करदा है। मैं सिमरा, मैं जावां, मैं आवां, मैं खावां, मैं बोलां। पर गुरबाणी च आखा, सिमरा, आवा, जावा, किव कर आखा। आखा ने दसता कि ये हुण गुरु साहब खुद कह रहे ने, किव कर आखा। किव सालाही, एक सालाही एक बड़ा लफ्ज है जिसनों समझण दी लोड़ है। सालाह, सालाही नूं अक्सर प्रेज किया जाता है। एक शब्द होर है सिफत, सिफत भी उन्होंने भी प्रेज किया जाता है। तो फिर दोनों इकट्ठे कर लेंगे हैं, सिफत सलाह। असल विच सिफत की है, जिस तरह असीं अंग्रेजी कहिए तो एट्रीब्यूट्स। सिफत जानकारी, अकाल पुरख की जानकारी सिफत। सलाह वो जानकारी को बयान करना, डिस्क्राइबिंग द एट्रीब्यूट्स वुड बी सिफत सलाह। जानकारी का बयान करना वुड बी सिफत सलाह, नेवर प्रेज। ये प्रेज करना, उन्होंने प्रेज की लोड़ है। असी प्रेज क्यों करते हैं? असी जानते हैं ते उहदे बारे असी दसते हैं, उसदे बारे बयान करते हैं। सिफत सलाह। किव कर आखा, किव सालाही, मैं किवें बयान करा। किव सालाही, किवें प्रेज करा नहीं, प्रेज करना लिखिया आंदा जगह। किवें मैं बयान करा, किव कर आखा, किव सालाही, क्यों वरनी। अच्छा एक हुण देखो, क्यों वरनी। मैं इस गल नूं बड़ा सोचदा हुंदा सीगा, क्यों वरनी। गुरु साहब नूं, गुरु साहब की सोच रहे ने कि उन्होंने पता है, तो वो कह रहे मैं क्यों दसां, क्यों वरनी। बड़ा बाद चों पता लग्या कि पंजाबी दा क्यों गुरबाणी दा क्यों नहीं हुंदा। पंजाबी दा क्यों गुरबाणी दा किवें हुंदा। ये वखरेवे ने, ये विलक्षणता है। पंजाबी दी भाषा दे शब्दां दे मतलब होर ने
ਉਸੇ ਸ਼ਬਦ ਦਾ ਗੁਰਬਾਣੀ ਵਿੱਚ ਉਹ अर्थ भी हो सकता है पर अर्थ होर भी हो सकता है। और महान कोशिश देखते हैं भाई कान सिंह नाभा जी ने इको शब्द ਜਿਹੜੇ ਸ਼ਬਦ ਗੁਰਬਾਣੀ ਵਿੱਚ ਆਏ ਹੋਏ ਨੇ ਉਸਦੇ ਕਿੰਨੇ ਅਰਥ ਨੇ। ਤਾਂ ਸਾਨੂੰ ਕੇਵਲ ਪੰਜਾਬੀ ਭਾਸ਼ਾ ਵਾਲਾ ਅਰਥ ਨਾਲ ਬੜੀ ਮੁਸ਼ਕਲ ਹੋ ਸਕਦੀ ਹੈ ਔਰ ਹੁੰਦੀ ਹੈ। तो इस करके किव कर आखा किव सलाही क्यों वरनी मैं किवें वर्णन करा किव जाना मैं किवें जाना तेनों इस नु मैं किवें जाना कि उसने जदों कल्ला सी उसने आकार सारा कीता ते हुण मैं किवें जाना उस वेले तां ओ कल्ला सी अकाल पुरख सी। नानक आखण सबको आखे पर हुण गुरु साहब नोटिस ले रहे हैं जेड़े ना आपे अपने वालों ही अकाल पुरख दे बारे विच की कुछ कहंदे ने और ये भी कहंदे अकाल पुरख है ही नहीं और ये भी कहंदे ने अकाल पुरख ने आ कीता ओ कीता इस तरह कीता इस करके कीता। नानक नानक दा पहले जदों नानक कक्का मुक्ता नानक इस गल नूं समझ लै भाई ये मेरे मन इस गल नूं समझ केड़ी गल है गल अगों आनी हुण आखण सबको आखे एक दो एक सियाणा। हर कोई आखदा भाई पता हो ही नहीं सकता। गुरु साहब ने पहले सारी गल दस दी जेड़े इन्ना नाम लेके भी दसता वेल ना पाइया पंडिती जे होवे लेख पुराण वक्त ना पायो कादिया जे लिखन ले कुरान तितवार ना जोगी जाने रुतमा ना कोई जा करता सिर ठीको साजे आपे जाने सोई। फिर अपने ते भी लिया दी गल किव कर आखा किव सलाही क्यों वरनी किव जाना। नानक हुण गुरु साहब कहंदे इस गल नूं समझ लै नानक आखण सबको आखे सबको आखे सारा जगत ये आख रहा है कई कुछ आख रहा है एक दो एक सियाणा एक तो एक वादो दूजा होर गल तीसरा होर गल एक दो एक सियाणा। पर सच्चे पातशाह अकाल पुरख वड्डा साहिब तू वड्डा है वड्डा साहिब वड्डी नाई तेरा पसारा तेरी होंद इन्नी बेअंत है तेरा कीता ही सारा कुछ ये पसारा हो रहा है। असां सिर्फ इन्ना जान सकते हैं कि तू महान वड्डा है वड्डा साहिब वड्डी नाई कीता जा का होवे। नानक जे को आप जाने ते जे कोई आप अपने आप ही कोई के हाँ जी उस दिन सोमवार नूं होया सी इस तरह होया सी उस तरह होया सी पहले ये होया सी बाद चो ये होया सीगा जे वो स्टोरी राइटिंग करे। नानक जे को आप हो जाना अगे गया न सो है। गुरु साहब अगले अगे दी गल ये सारी खेड दी बैक एंड दी गल्लां बड़ा ही बारीकी दे नाल सानू दसी जा रहे हैं। The inside story being revealed अगे गया ना सो है। इत्थे जिहड़ा बहुत सियाणियां गल्लां सब तो वध जिहड़े रब नूं ना मनण वाले जिहड़ियां गल्लां नास्तिक लोग जिहड़ी गल करदे ने उन्हां दा हशर की है अगे गया ना सो है। ना सो है ते गुरु साहब ने बड़ा पोलाइटली कहा पर उन्हां नाल बढ़ना की है ये गुरु साहब सानू ये दस रहे ने। तो इस चीज नूं असीं समझीए ते ये गुरु साहब ने ये सारी गल असीं ठीकरियां दे मगर ना लगिए तत्त ज्ञान पेनी वाइज पाउंड फुलिश ना बनिए।
तीरथ तप दया दत्तदान जेको पावै तिल का मान। सुनिया मनिया मन कीता पाओ अंतर्गते तीरथ मल नाओ। सभे गुण तेरे मैं नाही कोय विण गुण कीते भगत न होए। स्वस्थ आथ बाणी बरमाओ सत सुहान सदा मन चाओ। कवण सुवेला वखत कवण कवण थित कवण वार कवण से रुति माहो कवण जित होआ आकार। वेल न पाइया पंडिती जे होवे लेख पुराण वखत न पायो का दिया जे लिखन लेख कुरान। थित वार न जोगी जाने रुत मा न कोई जा करता सिर ठीको साजे आपे जाने सोई। किव कर अख किव सालाही क्यों वर्णी किव जाना। नानक आखण सबको आखे एक दो एक सियाना। वड्डा साहेब वड्डी नाई कीता जाका होवे। नानक जेको आपो जाने अगे गया न सो है। वाहिगुरु जी का खालसा वाहिगुरु जी की फतेह। हाँ जी, नानक आखण, तो नानक इथे is being referred to ਤੁਹਾਡਾ inside, right? Inner side, yes. नानक ते रुकना Inner side. ਜਦੋਂ ਕੱਕਾ ਮੁਕਤ ਹੈ it is always inside. तो reference to ourselves, ਇਹ ਥੋੜਾ ਜਿਹਾ ਇਹਨੂੰ ਇਹ ਲਾਈਨ ਨੂੰ ਉਸ ਕੰਟੈਕਸਟ ਵਿੱਚ ਐਕਸਪਲੇਨ ਕਰੋ। ਜਦੋਂ ਨਾਨਕ ਸ਼ਬਦ ਜਦੋਂ ਕਿਸੇ ਗੁਰਬਾਣੀ ਤੁਕ ਵਿੱਚ ਆਉਂਦਾ ਹੈ ਤਾਂ ਜੇ ਨਾਨਕ ਦਾ ਕੱਕਾ ਮੁਕਤਾ ਹੈ ਤਾਂ ਅਸੀਂ ਉਸ ਨੂੰ ਸੰਬੋਧਨ ਦੇ ਰੂਪ ਚ ਬੋਲਦੇ ਹਾਂ ਨਾਨਕ। ਉਸ ਦਾ ਭਾਵ ਇਹ ਹੁੰਦਾ ਹੈ ਕਿ ਇਹ ਮਨ ਇਸ ਗੱਲ ਨੂੰ ਸਮਝ। ਇਹਦਾ ਮਤਲਬ ਹੋਇਆ ਕਿ ਉਹ ਗੱਲ ਉਸ ਤੋਂ ਵੱਖਰੀ ਹੈਗੀ। ਨਾਨਕ ਤੋਂ ਇਲਾਵਾ ਉਸ ਤੁਕ ਵਿੱਚ ਇੱਕ ਮੈਸੇਜ ਹੈ ਜਿਹੜਾ ਨਾਨਕ ਸ਼ਬਦ ਤੋਂ ਬਿਨਾ ਪੂਰਾ ਕੰਪਲੀਟ ਮੈਸੇਜ ਹੈ। ਹੁਣ ਇਸ ਤੁਕ ਵਿੱਚ ਨਾਨਕ जेको आपो जाने अगे गया ना सो है। मैसेज की है जेको आपो जाने अगे गया ना सो है। एक ही मैसेज का भाव की होया जेको आपो जाने जे कोई अपने आप ही समझदा होए कि हाँ जी सोमवार ਨੂੰ ਹੋਇਆ ਸਾਰਾ ਕੁਝ ਨਹੀਂ ਐਤਵਾਰ ਨੂੰ ਜ਼ਿਆਦਾ ਟਾਈਮ ਹੋਏਗਾ ਫ੍ਰੀ ਟਾਈਮ ਹੁੰਦਾ ਹੈ ਐਤਵਾਰ ਨੂੰ ਬਣਾਇਆ ਸਾਰਾ ਕੁਝ। ਹੁਣ ਇਹਦਾ ਮਤਲਬ ਹੋਇਆ ਆਪੋ ਜਾਣੇ ਉਹਨੂੰ ਆਪਣੇ ਆਪ ਹੀ ਪਤਾ ਹੈ। नानक नानक ने कहा इस गल समझ गल की है उथों गल शुरू हुई है जे को आपो जाने अगे गया ना सो है। इहो जिहा बंदा जिहड़ा अपने आप ही कहे मैनू पता है अगे अगे मतलब दरगाहे जाके उथों उसनों फिर ओदा दंड मिलता है। उसते अगे ओनू सोया उत्ते ओनू मान नहीं मिलता उत्थे अगे गया ना सो है। तो जेको आपो जाने अगे गया ना सो है इज ए कंप्लीट मैसेज जिसनू समझण लई नानक दा शब्द वखरे तौर ते है। तो इस करके नानक जेको जदों इस तरह करांगे टोटल अनर्थ हो गया। ये टोटल उस गल नू उसकी भावना बिल्कुल खत्म होगी। नानक जेको आपो नानक जेको आपो जाने अगे गया ना सो है। तो नानक तो बिना बाकी मैसेज ही तो समझना सी। ओ मैसेज नु समझण वास्ते नानक इज द वर्ड। नानक शब्द हमेशा सानू ये कह रहा भी हुण इस गल नु समझ। ਇਹਦਾ मतलब ਉਹ ਗੱਲ ਹੁਣ ਇਸ ਤੋਂ ਬਾਅਦ ਆਣੀ ਹੈ। ਹਮੇਸ਼ਾ ਜਿਹੜੀ ਵੀ ਤੁਕ ਚ ਨਾਨਕ ਹੈ ਇਸੇ ਪੌੜੀ ਚ ਨਾਨਕ ਦੋ ਵਾਰੀ ਹੈ। ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ। ਇਹ ਆਪਣੇ ਆਪ ਚ ਕੰਪਲੀਟ ਹੈ। आखण सबको आखे एक दो एक सियाणा। सारा कोई आखदा है हर कोई आखी जा रहा है और एक दो वध सियाणा होके आख रहा है। इस गल नूं समझ ले। नानक जेको आपो जाने अगे गया ना सो है। जेको आपो जाने अगे गया ना सो है एक कंप्लीट मैसेज है। ठीक है हाँ जी। I liked how last week's discussion
helped us understand this week's Yeah. context clues. So like the Nanak ਜਿਹੜਾ ਤੁਹਨੇ ਤੁਸੀਂ ਗੱਲ ਕਰ ਰਹੇ ਸੀ, it helps you know ਕਿ ਹੁਣ ਜਿਵੇਂ like reader ਦੀ ਗੱਲ ਹੋ ਰਹੀ ਹੈ that you need to pay attention. ਇੱਕ ਨਾ ਬੇਟਾ ਗੁਰੂ ਨਾਨਕ ਦੇਵ ਜਿਹੜਾ ਸ਼ਬਦ ਹੈ ਨਾ ਦਾ ਹਾਂਜੀ ਇਟ ਇਜ਼ ਬਿਟ ਇਹਦੇ ਬਾਰੇ ਥਾਟ ਚੱਲਦਾ ਹੈ ਕਿ ਗੁਰੂ ਸਾਹਿਬ ਦਾ ਨਾਮ ਕੀ ਸੀ, ਵਾਸ ਇਟ ਗੁਰੂ ਨਾਨਕ ਦੇਵ ਔਰ ਗੁਰੂ ਨਾਨਕ? ਹਾਂਜੀ till very recent past our university was Guru Nanak University. ਹਾਂਜੀ ਬੀਰਪਾ ਜਿਹੜੇ ਕਾਲਜ ਚ ਪੜਿਆ ਉਹਦਾ ਨਾਮ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਸੀ। okay ਤੋ ਜਿਹੜੀ ਅਰਦਾਸ ਅਸੀਂ ਕਰਦੇ ਆ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਤੋ that is ancient reference of Guru Nanak's. ਤੋ ਅਸੀਂ ਗੁਰੂ ਨਾਨਕ ਸਾਹਿਬ ਜਾਂ ਗੁਰੂ ਨਾਨਕ ਪਾਤਸ਼ਾਹ, this would be our safe reference to Guru Nanak Sahib ਦਾ ਨਾਮ। so ਫਿਰ ਦੇਵ ਜੀ ਨਹੀਂ ਹੈਗਾ ਨਾਮ? yeah, it is DAV colleges ਨੂੰ ਜਦੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਨਾਲ ਐਫੀਲੀਏਟ ਕਰਨਾ ਸੀਗਾ ਤੇ DAV ਕਾਲਜ ਨੇ ਡਿਮਾਂਡ ਕੀਤੀ ਸੀ ਪੰਜਾਬ ਸਰਕਾਰ ਕੋਲੋਂ ਵੀ ਅਸੀਂ ਤਾਂ ਐਫੀਲੀਏਟ ਹੋਵਾਂਗੇ ਜੇਕਰ ਗੁਰੂ ਨਾਨਕ ਯੂਨੀਵਰਸਿਟੀ ਦਾ ਨਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੀਤਾ ਜਾਏ। ਤੋ ਉੱਥੋਂ ਇਹ ਗੱਲ ਥੋੜੀ ਚੱਲੀ। ਉਸ ਤੋਂ ਪਹਿਲੇ ਗੁਰੂ ਨਾਨਕ ਯੂਨੀਵਰਸਿਟੀ ਹੀ ਹੁੰਦੀ ਸੀ ਤੇ ਗੁਰੂ ਨਾਨਕ ਦਾ ਜਿਹੜੀ ਹੈ ਰੈਫਰੈਂਸ ਜਿਹੜੇ ਸਾਡੇ ਕੋਲ ਜਿੰਨੇ ਵੀ ਹੈਗੇ ਨੇ ਪੁਰਾਣੇ, ਉਹਦੇ ਵਿੱਚ ਗੁਰੂ ਨਾਨਕ ਹੀ ਹੈ, ਟੈਕਸਟ ਵਿੱਚ ਵੀ ਤੇ ਪੁਰਾਤਨ ਜਿਹੜੇ ਚੀਜ਼ਾਂ ਲਿਖੀਆਂ ਗਈਆਂ। ਦੇਵ ਇਜ਼ ਏ ਸੈਕੰਡ ਥਾਟ ਇਨਸਰਸ਼ਨਸ ਤੇ ਉਹ ਇਸ ਕਰਕੇ ਥੋੜੀ ਇਹਦੇ ਬਾਰੇ ਹੈ। So it is safe to say Guru Nanak Sahib or Guru Nanak Pacha by us. Okay, thank you. और तो दोबारा explain करना सोसत आठ बाणी परमाओ। ਸਵਸਤ ਜਦੋਂ ਗੁਰੂ ਸਾਹਿਬ ਨਾਲ ਉਹ ਹੋਇਆ ਨਾ, ਉਸ ਤੋਂ ਪਹਿਲੇ ਸੀਗਾ ਕਿ ਬਿਨ ਗੁਣ ਕੀਤੇ ਭਗਤ ਨਾ ਹੋਏ, ਤੇ ਕੌਣ ਗੁਣ ਦੇ ਰਿਹਾ ਹੈ? ਹੁਣ ਜਦੋਂ ਜਿਹੜਾ ਗੁਣ ਦੇ ਰਿਹਾ ਹੈ ਉਹਦੇ ਵੱਲ ਜਦੋਂ ਧਿਆਨ ਗਿਆ ਤਾਂ ਉੱਥੇ ਫਿਰ ਗੁਰੂ ਸਾਹਿਬ ਸਦਕੇ ਜਾਣਾ, ਸਵਸਤ, ਮੈਂ ਵਾਰੇ ਜਾਣਾ, ਸਦਕੇ ਜਾਣਾ, ਸਵਸਤ ਆਤਮ ਤੂੰ ਹੀ ਹੈ ਸਾਰਾ ਕੁਝ। ਮਤਲਬ ਸਿਰਫ ਮੈਨੂੰ ਗੁਣ ਹੀ ਨਹੀਂ ਦੇ ਰਿਹਾ, ਇਹ ਸਾਰਾ ਕੁਝ ਤੇਰਾ ਆਕਾਰ। ਇੱਥੋਂ ਹੀ ਤਾਂ ਆਕਾਰ ਦੀ ਗੱਲ ਬਾਅਦ ਚੋਂ ਆਈ ਨਾ ਵੀ ਕਦੋਂ ਕੀਤਾ। ਪਹਿਲੇ ਦੱਸਿਆ ਗੁਰੂ ਸਾਹਿਬ ਦਾ ਧਿਆਨ ਇਸ ਪਾਸੇ ਗਿਆ ਕਿ ਹੇ ਤੂੰ, ਮੈਂ ਤੇਰੇ ਤੋਂ ਸਦਕੇ ਜਾਣਾ, ਤੂੰ ਹੀ ਮਾਇਆ ਹੈ, ਸਵਸਤ ਆਥ ਤੂੰ ਹੀ ਇਹ ਬਾਣੀ ਜਿਹੜੀ ਅਸੀਂ ਬੋਲਦੇ ਚਾਲਦੇ ਇੱਕ ਸਾਡੇ ਸੁਭਾਅ ਨੇ, ਸਾਡੇ ਚਿੰਨ੍ਹਾਂ ਦੇ ਨਾਲ, ਸਾਡੇ ਐਕਸ਼ਨਸ ਦੇ ਨਾਲ, ਸਾਡੇ ਬੋਲਾਂ ਦੇ ਨਾਲ ਜੋ ਅਸੀਂ ਕੁਝ ਕਰਦੇ ਹਾਂ, ਇਨਫੈਕਟ ਸਾਰਾ ਕੁਝ ਤੇਰੇ ਤੋਂ ਹੀ ਆ ਰਿਹਾ। ਤੂੰ ਸਾਨੂੰ ਸੋਝੀ ਦੇਣਾ, ਅਸੀਂ ਕੁਝ ਕਰਦੇ ਹਾਂ, ਤੂੰ ਹੀ ਹੈ, ਸਾਰਾ ਕੁਝ ਹੈ। ਤੋ ਮਾਇਆ ਵੀ ਤੂੰ ਹੀ ਹੈ, ਸਵਸਤ ਤੇਰੇ ਤੋਂ ਸਦਕੇ ਜਾਂਦੇ ਆ, ਆਥ ਬਾਣੀ ਬਰਮਾਓ, ਇਹ ਬਰਮਾ ਵੀ ਤੂੰ ਹੀ ਹੈ। ਬਰਮਾ ਮਤਲਬ ਇਸ ਰੈਫਰੈਂਸ ਹੈ ਸਾਰੇ ਜਿਹੜੇ ਮਤਲਬ ਜੋ ਕਿਸੇ ਬਾਰੇ ਜੋ ਕੁਝ ਕਿਹਾ ਜਾ ਰਿਹਾ ਸਭ ਤੋਂ ਹੀ ਹੈ। ਸਵਸਤ ਆਥ ਬਾਣੀ ਬਰਮਾਓ, ਸਤ, ਕਿਉਂਕਿ ਹਾਲੇ ਰੈਫਰੈਂਸ ਚੱਲੀ ਜਾ ਰਿਹਾ ਹੈ, ਉਹੀ ਸੰਬੋਧਨ ਚੱਲ, ਸਤ ਤੂੰ ਕਾਇਮ ਦਾਇਮ ਹੈ, ਸੁਹਾਣ ਤੂੰ ਹੀ ਬਹੁਤ ਸੋਹਣਾ ਹੈ, ਸਦਾ ਮਨ ਚਾਓ, ਤੇਰੇ ਮਨ ਚ ਸਦਾ ਆਨੰਦ ਹੈ। ਤਾਂ ਇਹ ਸਾਰੇ ਰੈਫਰੈਂਸ ਉੱਥੋਂ ਸ਼ੁਰੂ ਹੋਏ ਤੇ ਸਾਰੇ ਦੂਜੀ ਲਾਈਨ ਤੱਕ ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਉਸ ਤੋਂ ਬਾਅਦ ਚੱਲੀ ਕਿ ਕਿਉਂਕਿ ਆਥ ਸੀ ਨਾ, ਸਾਰੀ ਮਾਇਆ ਤੋਂ ਕੀਤੀ ਹੈ, ਤੇ ਇਸ ਕਰਕੇ ਕਮਣ ਸਵੇਲੇ ਦੀ ਗੱਲ ਫਿਰ ਆ ਗਈ, ਇਹ ਕਦੋਂ ਕੀਤੀ ਤਾਂ ਸਾਰਾ ਕੁਝ। ਤਾਂ ਇਸ ਤਰ੍ਹਾਂ ਗੱਲ ਉਹਦੀ ਕੰਟੀਨਿਊਟੀ ਚੱਲੀ। ਅੱਛਾ ਜੀ, ਫਤਿਹ ਬੁਲਾਉਂਦੇ ਆ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।